ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਨਵਜੋਤ ਕੌਰ। ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਸਰਕਾਰ ਦੀ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਬਾਰੇ। ਸਥਾਨਕ ਚੋਣਾਂ ਦੇ ਵਿੱਚ ਵੱਡੀ ਜਿੱਤ ਤੋਂ ਬਾਅਦ ਅੱਜ ਪਹਿਲੀ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ ਔਰ ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਹੋਵੇਗੀ। ਦੁਪਹਿਰ 3 ਵਜੇ ਸਕੱਤਰੇਤ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਔਰ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਵੀ ਐਲਾਨ ਹੋ ਸਕਦਾ ਹੈ। ਇਸ ਦੇ ਨਾਲ ਕਈ ਅਹਿਮ ਫੈਸਲੇ ਵੀ ਲੈ ਸਕਦੀ ਹੈ ਪੰਜਾਬ ਸਰਕਾਰ। ਤਾਂ ਤੁਹਾਨੂੰ ਦੱਸ ਦੇ ਕਿ ਬੰਪਰ ਜਿੱਤ ਕਾਂਗਰਸ ਦੇ ਪੱਲੇ ਪਈ ਹੈ ਇਸ ਨਗਰ ਨਿਗਮ ਚੋਣਾਂ ਦੇ ਵਿੱਚ। ਗੱਲ ਕੀਤੀ ਜਾਏ 8 ਨਗਰ ਨਿਗਮ ਚੋਣਾਂ ਦੀ ਤੇ ਉਸ ਦੇ ਵਿੱਚੋਂ 7 ਤੇ ਮੁਕੰਮਲ ਆਪਣੀ ਜਿੱਤ ਦਰਜ ਕੀਤੀ ਹੈ ਕਾਂਗਰਸ ਨੇ ਔਰ ਵੱਡੀ ਜਿੱਤ ਤੋਂ ਬਾਅਦ ਅੱਜ ਪਹਿਲੀ ਵਾਰ ਕੈਬਨਿਟ ਮੀਟਿੰਗ ਹੋਵੇਗੀ। ਤੁਹਾਨੂੰ ਦੱਸ ਦੇ ਕਿ ਕੈਬਨਿਟ ਮੀਟਿੰਗ ਸਕੱਤਰੇਤ ਦੇ ਵਿੱਚ ਅੱਜ ਹੋਣੀ ਹੈ ਔਰ ਦੁਪਹਿਰ 3 ਵਜੇ ਸਕੱਤਰੇਤ ਦੇ ਵਿੱਚ ਅੱਜ ਮੀਟਿੰਗ ਹੋਵੇਗੀ ਜਿਸ ਦੇ ਵਿੱਚ तमाम ਕੈਬਨਿਟ ਮੰਤਰੀ ਸ਼ਾਮਿਲ ਰਹਿਣਗੇ। ਇਸ ਨਾਲ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਵੀ ਅੱਜ ਐਲਾਨ ਹੋ ਸਕਦਾ ਹੈ। ਤਾਂ ਵੱਡੀ ਖਬਰ ਤੁਹਾਨੂੰ ਪੰਜਾਬ ਕੈਬਨਿਟ ਦੇ ਨਾਲ ਜੁੜੀ ਦੱਸ ਰਹੇ ਹਾਂ। ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ। 3 ਵਜੇ ਸਕੱਤਰੇਤ ਦੇ ਵਿੱਚ ਇਹ ਮੀਟਿੰਗ ਹੋਵੇਗੀ, ਖਾਸ ਕਰਕੇ ਉਸ ਮਾਹੌਲ ਦੇ ਵਿੱਚ ਜਦੋਂ ਕਿ ਕਾਂਗਰਸ ਵੱਲੋਂ ਇੱਕ ਵੱਡੀ ਜਿੱਤ ਦਰਜ ਕੀਤੀ ਗਈ ਹੈ ਨਗਰ ਨਿਗਮ ਇਲੈਕਸ਼ਨ ਦੇ ਵਿੱਚ ਔਰ 8 ਨਗਰ ਨਿਗਮ ਦੀ ਗੱਲ ਕੀਤੀ ਜਾਏ ਤੇ ਉਹਦੇ ਤੋਂ 7 ਨਗਰ ਨਿਗਮਾਂ ਤੇ ਆਪਣੀ ਵੱਡੀ ਜਿੱਤ ਕਾਇਮ ਕੀਤੀ ਹੈ ਕਾਂਗਰਸ ਨੇ। ਔਰ ਉਸ ਤੋਂ ਬਾਅਦ ਅੱਜ ਦੀ ਮੀਟਿੰਗ ਨੂੰ ਹੋਰ ਵੀ ਜ਼ਿਆਦਾ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਅੱਜ ਦੀ ਮੀਟਿੰਗ ਦੇ ਵਿੱਚ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਵੀ ਐਲਾਨ ਹੋ ਸਕਦਾ ਹੈ। ਇਸ ਦੇ ਨਾਲ ਹੋਰ ਵੀ ਕਈ ਅਹਿਮ ਮਸਲਿਆਂ ਤੇ ਮੋਹਰ ਲਗਾਈ ਜਾ ਸਕਦੀ ਹੈ। ਉਧਰ ਸਥਾਨਕ ਚੋਣਾਂ ਦੇ ਵਿੱਚ ਕਾਂਗਰਸ ਨੇ ਹੁੰਜਾ ਫੇਰ ਜਿੱਤ ਦਰਜ ਕੀਤੀ ਹੈ। ਮੋਹਾਲੀ ਨਗਰ ਨਿਗਮ ਵੀ ਕਾਂਗਰਸ ਦੀ ਝੋਲੀ ਵਿੱਚ ਚਲਾ ਗਿਆ ਹੈ। ਪਰ ਹੁਣ ਸਵਾਲ ਇਹ ਹੈ ਕਿ ਸਥਾਨਕ ਚੋਣਾਂ ਦਾ ਅਸਰ ਕੀ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਪਵੇਗਾ। ਛੋਟੀ ਸਰਕਾਰ ਤੋਂ ਖੁੱਲਿਆ ਵੱਡੀ ਸਰਕਾਰ ਦਾ ਰਾਹ। ਵਿਰੋਧੀਆਂ ਦੀ ਵੰਡ ਨੇ ਸੌਖੇ ਕੀਤੇ ਕਾਂਗਰਸੀ। 22 ਤੇ ਦਿਖੇਗਾ 21 ਦਾ ਅਸਰ। 2021 ਦੀਆਂ ਸਥਾਨਕ ਚੋਣਾਂ ਕੀ ਵਾਕਈ 2022 ਦਾ ਸੈਮੀਫਾਈਨਲ ਕਹੀਆਂ ਜਾ ਸਕਦੀਆਂ ਨੇ ਕਿ ਸਥਾਨਕ ਚੋਣਾਂ ਦਾ ਅਸਰ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਨਜ਼ਰ ਆ ਸਕਦਾ ਹੈ। ਇਹ ਸਵਾਲ ਇਸ ਲਈ ਕਿਉਂਕਿ ਸਥਾਨਕ ਚੋਣਾਂ ਦੇ ਵਿੱਚ ਧਮਾਕੇਦਾਰ ਜਿੱਤ ਹਾਸਲ ਕਰਨ ਵਾਲੀ ਕਾਂਗਰਸ ਨਤੀਜਿਆਂ ਨੂੰ 2022 ਦਾ ਟ੍ਰੇਲਰ ਦੱਸ ਰਹੀ ਹੈ। 4 ਸਾਲ ਦੇ ਕੰਮਕਾਜ ਤੇ ਕੈਪਟਨ ਦੀ ਲੀਡਰਸ਼ਿਪ ਉੱਤੇ ਲੋਕਾਂ ਦਾ ਭਰੋਸਾ ਦੱਸ ਰਹੀ ਹੈ। And I would like to launch a campaign, Captain for 2022। 2022 ਦੇ ਵਾਸਤੇ ਇਸ ਜਹਾਜ਼ ਦਾ ਕਪਤਾਨ, ਕਿਉਂਕਿ ਲੋਕਾਂ ਨੇ ਸੁਨੇਹਾ ਦੇਤਾ ਵੀ ਇਸ ਟਰਬੂਲੈਂਟ ਵਾਟਰਸ ਓਨਲੀ ਹੀ ਕੈਨ ਸਟੀਅਰ the ship of the state through these turbulent times। ਜਿਹੜੇ ਜਿਸ ਹਿਸਾਬ ਨਾਲ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਉਹਦੇ ਵਾਸਤੇ ਕਾਂਗਰਸ ਪਾਰਟੀ ਦਾ ਜਿਹੜਾ ਨੇਤਰਤਵ ਹੈ ਇਹਨੂੰ ਇਸੇ ਤਰ੍ਹਾਂ ਹੀ ਪੰਜਾਬ ਨੂੰ ਅੱਗੇ ਲੈ ਕੇ ਜਾਈਏ। ਮੇਰਾ ਖਿਆਲ ਕਦੇ ਵੀ ਪੰਜਾਬ ਇਹੋ ਜਿਹੇ ਰਿਜ਼ਲਟ ਪਹਿਲਾਂ ਨਹੀਂ ਆਏ ਕਿਸੇ ਪਾਰਟੀ ਨੂੰ ਵੀ। ਇਹ ਇੱਕ ਬਹੁਤ ਥੋੜੀ ਹਿੰਮਤ ਹੈ ਜਿਹਦੇ ਕਰਕੇ ਤੁਸੀਂ ਬਾਹਰ ਨਿਕਲੇ ਔਰ ਸਾਡੀ ਪਾਰਟੀ ਨੂੰ ਸਪੋਰਟ ਕੀਤਾ। ਦੂਜੇ ਪਾਸੇ ਵਿਰੋਧੀਆਂ ਨੂੰ ਬੇਸ਼ੱਕ ਨਿਰਾਸ਼ਾ ਹੱਥ ਲੱਗੀ ਹੋਵੇ ਪਰ ਵਿਰੋਧੀ 2022 ਨੂੰ ਸਥਾਨਕ ਚੋਣਾਂ ਦੇ ਨਾਲ ਜੋੜਨ ਦੇ ਮੂਡ ਦੇ ਵਿੱਚ ਬਿਲਕੁਲ ਵੀ ਨਹੀਂ ਨੇ। 2022 ਦੇ ਲਈ ਆਮ ਆਦਮੀ ਪਾਰਟੀ ਦੇ ਬੜੇ ਸ਼ੁਭ ਸੰਕੇਤ ਜਿਹੜੇ ਹੈਗੇ ਨੇਗੇ ਇਸ ਇਲੈਕਸ਼ਨ ਨੇ ਦਿੱਤੇ ਨੇਗੇ। ਬੜਾ ਸ਼ਹਿਰਾਂ ਦੇ ਵਿੱਚ, ਕਿਉਂਕਿ ਸ਼ਹਿਰਾਂ ਦੇ ਵਿੱਚ 2017 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਘੱਟ ਵੋਟਾਂ ਮਿਲੀਆਂ ਸੀ। ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ ਵੱਡੀ ਪੱਧਰ ਤੇ ਪ੍ਰਦਰਸ਼ਨ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਬੜੀ ਮਜ਼ਬੂਤੀ ਨਾਲ ਸਰਕਾਰ ਬਣਾਊਗੀ। ਅਗਲੀ 2022 ਦੀ ਜਿਹੜੀ ਚੋਣ ਹੋਣੀ ਹੈ ਦੋ ਪਾਰਟੀਆਂ ਦੇ ਵਿਚਕਾਰ ਹੋਣੀ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ। ਔਰ ਮੈਨੂੰ ਇਸ ਗੱਲ ਦੀ ਤਸੱਲੀ ਆ ਕਿ ਜਿਹੜੀ ਪਾਰਟੀ ਵੀ ਰਨਰ ਅਪ ਆਉਂਦੀ ਹੈ ਇਹਨਾਂ ਚੋਣਾਂ 'ਚ ਅਸੈਂਬਲੀ ਇਲੈਕਸ਼ਨ 'ਚ ਉਹ ਕਾਮਯਾਬ ਹੁੰਦੀ ਹੈ। ਰਿਕਾਰਡ ਕੱਢ ਲਓ, ਪਿਛਲਾ ਇਤਿਹਾਸ ਕੱਢ ਲਓ, ਇਹ ਇਤਿਹਾਸ ਦੱਸਦਾ। ਇਸ ਵਾਰ ਸਥਾਨਕ ਚੋਣਾਂ ਦੇ ਨਤੀਜੇ ਕੁਝ ਵੱਖਰੇ ਤਾਂ ਰਹੇ ਨੇ। ਕਾਂਗਰਸ ਨੇ ਵਨ ਸਾਈਡਡ ਜਿੱਤ ਤਾਂ ਹਾਸਲ ਕੀਤੀ ਹੀ ਤੇ ਨਾਲ ਹੀ ਬਠਿੰਡਾ ਨਗਰ ਨਿਗਮ 'ਚ 53 ਸਾਲ ਬਾਅਦ ਸਥਾਨਕ ਚੋਣਾਂ 'ਚ ਜਿੱਤ ਹਾਸਲ ਕੀਤੀ। ਮੋਹਾਲੀ ਦੇ ਵਿੱਚ ਵੀ 2 ਦਹਾਕਿਆਂ ਬਾਅਦ ਕਾਂਗਰਸ ਨੇ ਕਬਜ਼ਾ ਕੀਤਾ। ਨਿਗਮਾਂ ਤੋਂ ਲੈ ਕੇ ਕੌਂਸਲਾਂ ਤੱਕ ਕਾਂਗਰਸ ਨਜ਼ਰ ਆਈ। ਹਾਲਾਂਕਿ ਨਿਗਮ ਚੋਣਾਂ ਜਾਂ ਪੰਚਾਇਤੀ ਚੋਣਾਂ 'ਚ ਸੱਤਾ ਧਿਰ ਦਾ ਬੋਲਬਾਲਾ ਰਹਿੰਦਾ ਏ ਪਰ ਕੀ ਕਾਂਗਰਸ ਦੀ ਇਸ ਵਾਰ ਦੀ ਜਿੱਤ ਪਿਛਲੀ ਵਾਰ ਦੀ ਸੱਤਾ ਤੇ ਕਾਬਜ਼ ਪਾਰਟੀਆਂ ਦੀ ਜਿੱਤ ਦੇ ਨਾਲੋਂ ਵੱਖਰੀ ਤੇ ਵੱਡੀ ਸੀ? ਕੀ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਇਸ ਚੋਣਾਂ ਦਾ ਅਸਰ ਨਜ਼ਰ ਆ ਸਕਦਾ ਹੈ? ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।
ਨਿਗਮ ਚੋਣਾਂ ਦੇ ਵਿੱਚ ਕਾਂਗਰਸ ਨੇ ਬਿਲਕੁਲ ਕਲੀਨ ਸਵੀਪ ਆਪਣਾ ਪ੍ਰਦਰਸ਼ਨ ਦਿਖਾਇਆ ਔਰ ਉਧਰ ਜਿਹੜੇ ਵਿਰੋਧੀ ਧਿਰ ਨੇ ਖਾਸ ਕਰਕੇ ਬੀਜੇਪੀ ਔਰ ਆਮ ਆਦਮੀ ਪਾਰਟੀ ਉਹ ਕੋਈ ਖਾਸਾ ਪ੍ਰਦਰਸ਼ਨ ਨਹੀਂ ਕਰ ਪਾਈ। ਪੰਜਾਬ ਦੇ ਵਿੱਚ ਬੀਜੇਪੀ ਦੀ ਹਾਰ ਕਿਉਂ ਹੋਈ? ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਅਕਾਲੀ ਦਲ ਨਾਲੋਂ ਗੱਠਜੋੜ ਟੁੱਟਣ ਨੂੰ ਇਸ ਦੀ ਵਜ੍ਹਾ ਦੱਸਿਆ, ਪਰ ਅਕਾਲੀ ਦਲ ਨੇ ਕਿਹਾ ਕਿ ਇਹ ਨਤੀਜਾ ਕਾਲੇ ਕਾਨੂੰਨਾਂ ਦਾ ਹੈ। ਬੀਜੇਪੀ ਕੰਧ ਤੇ ਲਿਖਿਆ ਪੜ੍ਹ ਲਵੇ। अकाली दल के साथ हमारा समझौता था, इस बार वो भी अलग लड़े, हम भी अलग लड़े, इसका नुकसान हमें हुआ। ਹੁਣ ਤੱਕ ਬੀਜੇਪੀ ਦਾ ਹਰ ਨੇਤਾ ਨਾ ਕਰ ਰਿਹਾ ਸੀ, ਪਰ ਪਹਿਲੀ ਵਾਰ ਪਾਰਟੀ ਦੇ ਇੱਕ ਵੱਡੇ ਚਿਹਰੇ ਨੇ ਕਬੂਲ ਕਰ ਲਿਆ ਕਿ ਅਕਾਲੀਆਂ ਦੇ ਨਾਲ ਗੱਠਜੋੜ ਟੁੱਟਣਾ ਪੰਜਾਬ ਦੇ ਵਿੱਚ ਘਾਟੇ ਦਾ ਸੌਦਾ ਹੋ ਗਿਆ। ਸਾਰੇ ਮੰਨ ਰਹੇ ਸਨ ਕਿ ਕਿਸਾਨ ਅੰਦੋਲਨ ਨੇ ਪੰਜਾਬ ਦੀਆਂ ਸਥਾਨਕ ਚੋਣਾਂ ਦੇ ਵਿੱਚ ਬੀਜੇਪੀ ਦਾ ਬੁਰਾ ਹਾਲ ਕੀਤਾ ਹੈ, ਪਰ ਮਹੀਨਿਆਂ ਤੋਂ ਖੁਦ ਕਿਸਾਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਦੇਸ਼ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਲੱਗਦਾ ਹੈ ਕਿ ਨਤੀਜੇ ਕਿਸਾਨਾਂ ਨੇ ਨਹੀਂ ਬਲਕਿ ਗੱਠਜੋੜ ਦੇ ਗਣਿਤ ਨੇ ਵਿਗਾੜੇ ਨੇ। पंजाब में जो परिणाम है उसको किसान आंदोलन से जोड़ना उचित नहीं होगा। पंजाब में हम कमजोरी थे, अकाली दल के साथ हमारा समझौता था, इस बार वो भी अलग लड़े, हम भी अलग लड़े, इसका नुकसान हमें हुआ। ਬੀਜੇਪੀ ਦੇ ਵੱਡੇ ਨੇਤਾ ਨੂੰ ਇਹ ਮੰਨਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਿ ਗੱਠਜੋੜ ਟੁੱਟਣ ਦੇ ਨਾਲ ਚੋਣਾਂ ਦੇ ਵਿੱਚ ਨੁਕਸਾਨ ਹੋਇਆ, ਪਰ ਅਕਾਲੀ ਦਲ ਦੇ ਖਿਆਲਾਤ ਥੋੜੇ ਵੱਖਰੇ ਨੇ। ਅਕਾਲੀ ਦਲ ਨੂੰ ਅਜੇ ਵੀ ਲੱਗਦਾ ਹੈ ਕਿ ਬੀਜੇਪੀ ਦੀ ਖੇਡ ਕਿਸਾਨੀ ਅੰਦੋਲਨ ਨੇ ਵਿਗਾੜੀ ਹੈ। ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਤੋਮਰ ਸਾਹਿਬ ਨੂੰ ਕਿ ਪੰਜਾਬ ਹੀ ਨਹੀਂ ਦੇਸ਼ ਦੀ ਕੰਧ ਤੇ ਲਿਖਿਆ ਪਿਆ ਕਿ ਜਿਹੜੇ ਕਾਲੇ ਕਾਨੂੰਨ ਜਿਹੜੇ ਤੁਸੀਂ ਲਿਆਂਦੇ ਆ ਉਹਨਾਂ ਕਰਕੇ ਨੁਕਸਾਨ ਜਿਹੜਾ ਤੁਹਾਡਾ ਹੋ ਰਿਹਾ ਹੈ। ਅਕਾਲੀ ਬੀਜੇਪੀ ਗੱਠਜੋੜ ਟੁੱਟਣ ਦੇ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਦੋਵੇਂ ਪਾਰਟੀਆਂ ਵੱਖ-ਵੱਖ ਚੁਣਾਵੀ ਮੈਦਾਨ ਦੇ ਵਿੱਚ ਸਨ। ਚੋਣਾਂ ਦੇ ਦੌਰਾਨ ਦੋਵੇਂ ਪਾਰਟੀਆਂ ਦੇ ਆਪਣੇ ਦਾਅਵੇ ਸਨ ਤੇ ਖਾਕਾ 2022 ਤੱਕ ਦਾ ਖਿੱਚਿਆ ਜਾਣ ਲੱਗਾ ਸੀ, ਪਰ ਨਤੀਜਿਆਂ ਨੇ ਸਭ ਕੁਝ ਚਕਨਾਚੂਰ ਕਰ ਦਿੱਤਾ। ਨਾ ਬੀਜੇਪੀ ਕਿਤੇ ਦਿਖੀ ਤੇ ਨਾ ਹੀ ਅਕਾਲੀ ਦਲ ਟਿਕ ਪਾਇਆ। ਇੱਕ ਹਕੀਕਤ ਇਹਨਾਂ ਦੋਵਾਂ ਪਾਰਟੀਆਂ ਨੂੰ ਮੰਨਣੀ ਹੋਵੇਗੀ ਕਿ ਗੱਠਜੋੜ ਟੁੱਟਣ ਦਾ ਖਮਿਆਜਾ ਬੀਜੇਪੀ ਅਕਾਲੀ ਦਲ ਦੋਵਾਂ ਨੂੰ ਭੁਗਤਣਾ ਪਿਆ, ਜਿਸ ਦੀ ਗਵਾਹੀ ਖੁਦ ਨਤੀਜੇ ਦੇ ਰਹੇ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤੇ ਨਿਗਮ ਚੋਣਾਂ ਦੇ ਵਿੱਚ ਕਾਂਗਰਸ ਦੀ ਇੱਕ ਤਰਫਾ ਜਿੱਤ ਹੋਈ ਹੈ ਔਰ ਨਰਿੰਦਰ ਤੋਮਰ ਦੇ ਬਿਆਨ ਤੇ ਹੁਣ ਕਾਂਗਰਸ ਨੇ ਨਿਸ਼ਾਨਾ ਸਾਧਿਆ ਔਰ ਕਿਹਾ ਕਿ ਇਹ ਤਾਂ ਬਸ ਸ਼ੁਰੂਆਤ ਹੈ, ਜੇ ਕਿਸਾਨੀ ਅੰਦੋਲਨ ਦਾ ਹੱਲ ਨਾ ਕੀਤਾ ਗਿਆ ਤਾਂ ਦੇਸ਼ ਭਰ ਦੇ ਵਿੱਚ ਇਸ ਤੋਂ ਵੀ ਵੱਡਾ ਧੱਕਾ ਲੱਗੇਗਾ। अकाली दल से जो आपने अलग होने की बात की है, भैया आपने सुखबीर बादल को कितना जलील किया, उसने कभी फील किया? आज आपने धोखा दिया किसानों को और सुखबीर बादल ने धोखा दिया किसानों को और लोगों ने आपको धोखा दिया है और आप कह रहे हो कि उनके साथ हम नहीं रहे इसलिए हमें नुकसान हुआ है। आज भी सुधर जाओ, पूरे देश में आपकी हालत बिगड़ने वाली है। जो जय जवान जय किसान के खिलाफ होता है उनकी हालत यही होती है। ਅਗਲੀ ਵੱਡੀ ਖਬਰ ਆਮ ਆਦਮੀ ਦੇ ਨਾਲ ਜੁੜੀ ਹੋਈ ਹੈ ਔਰ ਜਿਸ ਤਰ੍ਹਾਂ ਮਹਿੰਗਾਈ ਵੱਧ ਰਹੀ ਹੈ ਉਸ ਦੇ ਨਾਲ ਜੇਬ ਤੇ ਜੋ ਅਸਰ ਪਵੇਗਾ ਉਸ ਦੇ ਨਾਲ ਜੁੜੀ ਹੋਈ ਹੈ। ਪੈਟਰੋਲ ਡੀਜ਼ਲ ਇੱਕ ਵਾਰ ਫਿਰ ਤੋਂ ਮਹਿੰਗਾ ਹੋ ਗਿਆ। ਲਗਾਤਾਰ 11ਵੇਂ ਦਿਨ ਕੀਮਤਾਂ ਦੇ ਵਿੱਚ ਇਜ਼ਾਫਾ ਹੋਇਆ ਹੈ। ਪੈਟਰੋਲ ਦੀ ਕੀਮਤ ਦੇ ਵਿੱਚ 31 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਡੀਜ਼ਲ 33 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਤੇ ਲਗਾਤਾਰ 11ਵੇਂ ਦਿਨ ਪੈਟਰੋਲ ਔਰ ਡੀਜ਼ਲ ਦੇ ਰੇਟ ਜਿਹੜੇ ਨੇ ਵਧੇ ਹੋਏ ਨੇ। ਹਰ ਰੋਜ਼ ਰਿਵਾਈਜ਼ਡ ਡੇਟਾ ਜਿਹੜਾ ਹੈ ਇਹਨਾਂ ਦਾ ਆਉਂਦਾ ਹੈ, ਰਿਵਾਈਜ਼ਡ ਰੇਟ ਜਿਹੜੇ ਨੇ ਉਹ ਅੱਗੇ ਪੇਸ਼ ਕੀਤੇ ਜਾਂਦੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ 11ਵੇਂ ਦਿਨ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਇਜ਼ਾਫਾ ਹੋਇਆ ਹੈ। यानी कि सिद्धी मार आम आदमी दी जेब ते होवेगी, यानी कि सिद्धी मार महंगाई ते होवेगी क्योंकि पेट्रोल और डीजल हर तरह सहयोग करता है एक आम बंदे दी जनजीवन दे विच, भावें वो ट्रैवलिंग वास्ते होवे भावें वो घर दे खर्चे होण, क्योंकि बाहर तां जाना पैंदा है और जनजीवन नूं तोड़न वास्ते एक अहम हिस्सा बनता जा रहा है अजकल। तो तुहानूं दस दे कि लगातार 11वें दिन कीमतां दे विच इजाफा होया। डीजल की अगर गल की जाए तो 33 पैसे प्रति लीटर डीजल महंगा होया है और 31 पैसे प्रति लीटर पेट्रोल की कीमतां दे विच वाधा होया है। भावें पॉइंट का वाधा हुंदा है पर तुहानूं दस दी कि जदों लगातार इजाफा हुंदा है इस दे नाल जिहड़ा ओवरऑल इकोनॉमी है उस ते काफी कुछ फर्क पैंदा है और सब तो ज्यादा फर्क पैंदा है आम बंदे दी जेब ते। तो आम आदमी एक बार फिर तो झंबिया जा चुका है क्योंकि लगातार कोरोना वायरस तो बाद अर्थव्यवस्था का ढांचा भी बिगड़ता होया नजर आ रहा सी और उस सारे माहौल तो बाद जो उभरन की कोशिश की जा रही है तो उस लगातार महंगाई की मार जिहड़ी है वो आम आदमी की जेब ते पै रही है। तो तुहानूं दस दी कि वड्डी खबर पेट्रोल डीजल के रेटां दे नाल जुड़ी हुई है जिन्हां दे विच एक बार फिर तो इजाफा कर दिता गया है।
ਉਧਰ ਕੋਵਿਡ-19 ਮਹਾਮਾਰੀ ਨੇ ਆਪਸੀ ਨਿਰਭਰਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ, ਜਿਸ ਨਾਲ ਪੂਰਾ ਦੇਸ਼ ਇਸ ਮੁਸੀਬਤ ਦਾ ਇਕਜੁੱਟ ਹੋ ਕੇ ਮੁਕਾਬਲਾ ਕਰ ਸਕੇ। ਵੈਕਸੀਨੇਸ਼ਨ ਦੇ ਐਲਾਨ ਤੋਂ ਬਾਅਦ ਜ਼ਰੂਰਤ ਹੋਵੇਗੀ ਕਿ ਅਸੀਂ ਆਪਣਾ ਮੋਹਰੀ ਯੋਗਦਾਨ ਦਈਏ, ਜਿਸ ਨਾਲ ਅਸੀਂ ਇੱਕੋ ਸਮੇਂ ਵਾਇਰਸ ਨੂੰ ਹਰਾਉਣ ਵੱਲ ਕਦਮ ਵਧਾ ਸਕੀਏ ਅਤੇ ਨੈਟਵਰਕ 18 ਇਸ ਮੁਹਿੰਮ ਦੇ ਵਿੱਚ ਹਰ ਕਦਮ ਤੇ ਤੁਹਾਡੇ ਨਾਲ ਹੋਵੇਗਾ। ਜਦ ਤੱਕ ਸਾਰੇ ਸੁਰੱਖਿਅਤ ਨਹੀਂ ਹੋ ਜਾਂਦੇ, ਉਦੋਂ ਤੱਕ ਕੋਈ ਸੁਰੱਖਿਅਤ ਨਹੀਂ ਹੋਵੇਗਾ। ਇਸ ਸੋਚ ਦੇ ਆਧਾਰ ਤੇ ਕੈਂਪੇਨ ਸੰਜੀਵਨੀ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਵੈਕਸੀਨ ਪਾਉਣਾ ਸਾਰੇ ਭਾਰਤੀਆਂ ਦਾ ਅਧਿਕਾਰ ਹੈ। ब्रेक के बाद एक बार फिर से स्वागत है। अब बात कुछ जीनियस बच्चों की। टीवी पर पहली बार आ रहा है एक अनोखा शो नेटवर्क 18 की एक खास पेशकश बायजूस यंग जीनियस। कल शाम 7:30 बजे न्यूज 18 पंजाब हरियाणा हिमाचल पर मिलिए भारत के सबसे कम उम्र के नेशनल शूटिंग चैंपियन अभिनव से। मेरा नाम है अभिनव शॉ, मैं आसनसोल वेस्ट बंगाल से हूँ। मैं 12 साल का हूँ और मैं 10 मीटर एयर राइफल में यंगेस्ट गोल्ड मेडलिस्ट हूँ। ये है यंग जीनियस जो अर्जुन की तरह सीधे मछली की आंख पर निशाना साधता है। शूटिंग में सबसे ज्यादा इम्पोर्टेंट है फोकस, इसलिए मैं योगा और एक्सरसाइज करता हूँ ताकि मेरा माइंड काम रहे और टारगेट पे ही फोकस्ड रहे। ये है यंग जीनियस जो भारत का सबसे कम उम्र का नेशनल शूटिंग चैंपियन है। I won 2 gold medal in the youth and junior category held at Trivandrum 2018. जो 10 साल की उम्र में स्टेट शूटिंग चैंपियन और फिर नेशनल शूटिंग चैंपियनशिप में 2 गोल्ड के साथ नेशनल चैंपियन बन गया। शूटिंग में सबसे टफेस्ट बोले तो 50 मीटर प्रोन, पर उसमें मजा भी आता है। मजा भी आता है? क्यों? स्नाइपिंग जैसा लगता है। स्नाइपिंग मैं अभी वही कहने वाला था। जब अभिनव बिंद्रा सर ने ओलंपिक में गोल्ड मेडल जीता तो उन्होंने मेरा नाम अभिनव रखा। जिसके हुनर और मेहनत को जिंदा रखने के लिए माँ बाप ने 4 लाख रुपए जुटाकर राइफल खरीदी। नेटवर्क 18 पर एक अनोखा शो दंग करने वाले पश्चिम बंगाल के आसनसोल के अभिनव शॉ के साथ। आपके राइफल का वजन कितना है? 5 किलो। 5 किलो का राइफल है? वो अभिनव जो उसी साल जन्मा जिस साल अभिनव बिंद्रा ने ओलंपिक के मेडल पर निशाना लगाया। मेरा टारगेट यही है कि मैं अपने इंडिया के लिए ओलंपिक पे रिप्रेजेंट करूं और गोल्ड मेडल लाऊं, जैसे ही सर अभिनव बिंद्रा ने लाया था इंडिया के लिए 2008 में। उसका स्कोर ऐसा कि दांतों तले उंगली दबा लेंगे आप। तो आप लाइट ऑफ कर देना कमरे में और सिर्फ ट्रिगरिंग एक्सरसाइज करना। तो जब आपकी बाकी इंद्रिय शक्तियां जो बंद हो जाती हैं, तो यूर ओनली फोकसिंग ऑन योर ट्रिगर फिंगर एंड योर राइफल। अच्छी टिप है ना? हाँ। अगली बार से लाइट्स ऑफ, ट्रिगर ऑन। हाँ। 623.1 का स्कोर पाने वाला पहला इतना छोटा बच्चा है वो। उसे ओलंपिक्स में जाना है, सटीक और अचूक निशाना लगाना है, देश के नाम मेडल लाना है। अभिनव कहते हैं ख्वाब देखते रहने चाहिए। आपका ड्रीम क्या है? सर ओलंपिक में 2 गोल्ड मेडल। ओलंपिक्स में 2 गोल्ड मेडल। 2 गोल्ड मेडल लाने। आ रहा है ये यंग जीनियस।